माधो जल की प्यास न जाए, जल मह अगन उठी अद खाए। तू जल निध हो जल का मीन, जल मह रहो जल बिन खीन। तू पिंजर हो सुअटा तोर, जम मंजार कहाँ करे मोर। तू तरवर हो पंखी आहे, मंद भागी तेरो दर्शन नाहे। तू सतगुर हो नौ तन चेला, कह कबीर मिल अंत की बेला। तू सतगुर हो नौ तन चेला, कह कबीर मिल अंत की बेला। हम अवगुण भरे एक गुण नाही, अमृत छाड़ बिख बिख खाई। माया मोह भरम पे फूले, सुत दारा स्यों प्रीत। एक उत्तम पंथ सुनो गुर संगत, तेह मिलंत जम त्रास मिटाई। एक अरदास पाठ कीरत की, गुर रामदास राखो सरनाए। कहो टल गुर सेविया, अहनस सहज सुभाए। परसे गुरु का जन्म, मारन दुख जाए। सिफत खसंबंधी, दूर अरसो कुरसो चटिया। सच्चे पातशाह, मल जन्म जन्म दे कटिया। सज्जन सच्चा पातशाह, सिर साध साहो। इस पास बैठया सोहिया, सबना दा वेसा हो। सतनाम श्री वाहेगुरु साहिब जी। बिलावल महला पंजवा। मान तन प्रभ आराध्य, मेल साध समागै। उचरत गुण गोपाल जस, दूर ते जम भागै। मान तन प्रभ आराध्य, मेल साध समागै। उचरत गुण गोपाल जस, दूर ते जम भागै। राम नाम जो जन जपै, आन दिन सद जागै। तंत
ਮੰਤ ਨਹ ਜੋ ਹੈ ਤਿਤ ਚਾਖ ਨ ਲਾਗੈ ਰਹਾਉ ਕਾਮ ਕ੍ਰੋਧ ਮਦ ਮਾਨ ਮੋਹ ਬਿਨਸ ਅਨਰਾਗੈ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗੈ ਕਾਮ ਕ੍ਰੋਧ ਮਦ ਮਾਨ ਮੋਹ ਬਿਨਸ ਅਨਰਾਗੈ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸਜ ਬੈਠੀ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡੇ ਭਾਗ ਹਨ। ਵੱਡੇ ਭਾਗ ਦੀ ਨਿਸ਼ਾਨੀ ਹੈ ਕਿ ਗੁਰੂ ਕੀ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਪਵਿੱਤਰ ਪਾਵਨ ਸ਼ਬਦ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ। ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਗੁਰਦੇਵ ਦੇ ਪਵਿੱਤਰ ਚਰਨ ਕਮਲਾਂ ਨਾਲ ਜੋੜ ਕੇ ਕੇਂਦਰਿਤ ਕਰੀਏ। ਇਕਾਗਰਤਾ ਬਣਾਉਣ ਵਾਸਤੇ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਔਰ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਵਾ। ਮਾਨ ਤਨ ਪ੍ਰਭ ਆਰਾਧਿਆ ਮੇਲ ਸਾਧ ਸਮਾਗੈ। ਰਾਗ ਬਿਲਾਵਲ ਹੈ। ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁਖ ਵਾਕ ਸ਼ਬਦ ਹੈ। ਸਾਹਿਬ ਜੀ ਫਰਮਾਨ ਕਰਦੇ ਹਨ ਕਿ ਮਨ ਕਰਕੇ ਔਰ ਤਨ ਕਰਕੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਆਰਾਧਨਾ ਕਰੀਏ। ਮਨ ਕਰਕੇ ਵੀ ਔਰ ਤਨ ਕਰਕੇ ਵੀ। ਤਨ ਕਰਕੇ ਯਾਨੀ ਕਿ ਜਦੋਂ ਅਸੀਂ ਰਸਨਾ ਨਾਲ ਆਰਾਧਦੇ ਹਾਂ, ਇਹ ਤਨ ਕਰਕੇ ਆਰਾਧਨਾ। ਪਰਮੇਸ਼ਰ ਨੇ ਇੱਕ ਬੜੀ ਵੱਡੀ ਅਮੋਲਕ ਦਾਤ ਸਾਨੂੰ ਰਸਨਾ ਦੀ ਦਿੱਤੀ ਹੈ। ਇਸ ਰਸਨਾ ਦੁਆਰਾ ਪਰਮੇਸ਼ਰ ਨੂੰ ਸਿਮਰਦਿਆਂ ਸਿਮਰਦਿਆਂ ਇਹ ਸਿਮਰਨ ਹਿਰਦੇ 'ਚ ਉਤਰਦਾ। ਬਹੁਤ ਸਾਰੀਆਂ ਕਿਰਿਆਵਾਂ ਅਸੀਂ ਜਦੋਂ ਸਰੀਰਕ ਤੌਰ ਤੇ ਕਰਦੇ ਹਾਂ, ਮੁੱਢਲੇ ਵਿੱਚ ਸਮੇਂ ਵਿੱਚ ਉਹਨਾਂ ਕਿਰਿਆਵਾਂ ਨੂੰ ਕਰਨ ਵੇਲੇ ਸਾਨੂੰ ਬੜੀ ਮੁਸ਼ੱਕਤ ਘਾਲਣੀ ਪੈਂਦੀ ਹੈ। ਉਹ ਕਿਰਿਆਵਾਂ ਸਾਨੂੰ ਔਖੀਆਂ ਵੀ ਲੱਗਦੀਆਂ ਨੇ, ਪਰ ਜਿਵੇਂ ਜਿਵੇਂ ਉਹਦੀ ਸਾਡੀ ਰੂਟੀਨ ਬਣ ਜਾਂਦੀ ਹੈ, ਫਿਰ ਉਹ ਸੁੱਤੇ ਸਿੱਧੀ ਹੋਈ ਜਾਂਦੀ ਹੈ। ਇੱਕ ਬੱਚੇ ਨੂੰ ਰੋਟੀ ਖਾਣੀ ਬੜੀ ਮੁਸ਼ਕਿਲ ਹੈ,
ਉਹਦੇ ਲਈ ਸਮੱਸਿਆ ਹੈ। ਪਰ ਸਾਡੇ ਸਾਹਮਣੇ ਪ੍ਰਸ਼ਾਦੇ ਦਾ ਥਾਲ ਪਿਆ ਹੋਵੇ, ਉਹੀ ਪ੍ਰਸ਼ਾਦਾ ਸੁੱਤੇ ਸਿੱਧ ਹੀ ਅਸੀਂ ਗਰਾਈ ਬੁਰਕੀ ਤੋੜ ਕੇ ਮੁੱਖ ਵਿੱਚ ਪਾਉਂਦੇ ਹਾਂ, ਚਿੱਤ ਲੈਂਦੇ ਹਾਂ, ਪ੍ਰਕਿਰਿਆ ਸੁੱਤੇ ਸਿੱਧ ਹੋਣ ਲੱਗ ਪੈਂਦੀ। ਬਹੁਤ ਸਾਰੀਆਂ ਸਰੀਰਕ ਪ੍ਰਕਿਰਿਆਵਾਂ ਜਿਹੜੀਆਂ ਨੇ ਉਹ ਪ੍ਰਾਰੰਭ ਵਿੱਚ ਮੁੱਢ ਦੇ ਰੂਪ ਦੇ ਵਿੱਚ ਕੁਝ ਕਰਨੀਆਂ ਕਠਿਨ ਹੁੰਦੀਆਂ, ਮੁੜ ਕੇ ਉਹ ਸੁਖੈਨ ਹੋ ਜਾਂਦੀਆਂ, ਫਿਰ ਸੁੱਤੇ ਸਿੱਧ ਹੀ ਹੋਣ ਲੱਗ ਪੈਂਦੀਆਂ। ਸਾਈਕਲ ਚਲਾਉਣਾ ਵੀ ਬੜਾ ਔਖਾ ਹੈ। ਪ੍ਰਾਰੰਭ ਦੇ ਵਿੱਚ ਜਿਵੇਂ ਜਿਵੇਂ ਚਲਾਉਣਾ ਸੌਖਾ ਹੋ ਜਾਂਦਾ, ਫਿਰ ਨਾਲ ਦਿਆਂ ਨਾਲ ਗੱਲਾਂ ਵੀ ਕਰੀ ਜਾਂਦਾ, ਸਾਈਕਲ ਵੀ ਚੱਲੀ ਜਾਂਦਾ। ਤੋ ਪ੍ਰਕਿਰਿਆ ਸੁੱਤੇ ਸਿੱਧ ਹੋ ਜਾਂਦੀ। ਇਸੇ ਤਰ੍ਹਾਂ ਜਦੋਂ ਸਿਮਰਨ ਦੀ ਸਾਧਨਾ ਕਰੀਦੀ ਆ, ਉਹ ਪਹਿਲਾਂ ਰਸਨਾ ਦੁਆਰਾ ਹੁੰਦੀ। ਰਸਨਾ ਨਾਲ ਜਿਵੇਂ ਜਿਵੇਂ ਅਸੀਂ ਆਰਾਧਦੇ ਹਾਂ, ਤਿਵੇਂ ਤਿਵੇਂ ਉਹਦਾ ਅਭਿਆਸ ਜਦੋਂ ਪੱਕਦਾ ਹੈ ਤੇ ਫਿਰ ਉਹ ਸੁਭਾਵਕ ਕਿਰਿਆ ਬਣ ਜਾਂਦੀ ਹੈ। ਸਾਡੇ ਮਨ ਵਿੱਚ ਉਹਦਾ ਚਿੰਤਨ ਹੋਣ ਲੱਗ ਪੈਂਦਾ। ਜਦੋਂ ਹਿਰਦੇ ਵਿੱਚ ਚਿੰਤਨ ਹੋਣ ਲੱਗ ਪੈਂਦਾ ਤੇ ਫਿਰ ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ ਉਹਦੀ ਸਿਮਰਤੀ ਆਪਣੇ ਆਪ ਹੀ ਬਣੀ ਰਹਿੰਦੀ। ਉਹਨੂੰ ਕਹਿੰਦੇ ਆ ਮਨ ਕਰਕੇ ਆਰਾਧਨਾ। ਪਰ ਸ਼ੁਰੂਆਤ ਮਹਾਂਪੁਰਸ਼ ਕਹਿੰਦੇ ਆ ਹਮੇਸ਼ਾ ਤਨ ਕਰਕੇ ਹੀ ਹੁੰਦੀ ਹੈ, ਸਰੀਰ ਕਰਕੇ ਹੀ ਹੁੰਦੀ ਹੈ। ਸਿੱਧਾ ਮਨ ਤੱਕ ਪਹੁੰਚ ਨਹੀਂ ਹੋਣੀ, ਪਹਿਲਾਂ ਇਸ ਤਨ ਦੇ ਰਸਤੇ ਚੋਂ ਗੁਜ਼ਰ ਕੇ ਮਨ ਤੱਕ ਜਾਇਆ ਜਾਣਾ। ਤਨ ਤੋਂ ਬਾਅਦ ਪ੍ਰਾਣ ਨੇ, ਪ੍ਰਾਣਾਂ ਤੋਂ ਬਾਅਦ ਜਾ ਕੇ ਮਨ ਹੈ, ਮਨ ਤੋਂ ਬਾਅਦ ਜਾ ਕੇ ਬੁੱਧੀ ਹੈ, ਬੁੱਧੀ ਤੋਂ ਬਾਅਦ ਜਾ ਕੇ ਫਿਰ ਵਿਗਿਆਨਮय ਕੋਸ਼ ਤੋਂ ਫਿਰ ਆਨੰਦਮय ਕੋਸ਼ ਹੈ, ਫਿਰ ਉੱਥੇ ਜਾ ਕੇ ਆਤਮ ਰਾਮ ਨਿਰੰਕਾਰ ਵਸਦਾ ਹੈ। ਤੋਂ ਪਹਿਲਾਂ ਇਸ ਤਨ ਨੂੰ ਵਿੰਨ ਕੇ, ਯਾਨੀ ਕਿ ਇਸ ਤਨ ਨੂੰ ਸਾਧਣ ਤੋਂ ਬਾਅਦ ਹੀ ਫਿਰ ਪ੍ਰਾਣਾਂ ਨੂੰ ਵਿੰਨਣ ਤੋਂ ਬਾਅਦ ਮਨ ਤੱਕ ਪਹੁੰਚਿਆ ਜਾਂਦਾ, ਮਨ ਤੱਕ ਗਮਤਾ ਹੁੰਦੀ। ਰਸਤੇ 'ਚ ਦੋ ਪੜਾਅ ਨੇ ਮਨ ਤੱਕ ਜਾਣ ਲਈ। ਤੋ ਪ੍ਰਾਰੰਭ ਜੋ ਹੈ, ਆਰੰਭਤਾ ਜੋ ਹੈ, ਉਹ ਤਨ ਕਰਕੇ ਹੋਣੀ। ਤਦੇ ਮਹਾਰਾਜ ਜੀ ਕਹਿੰਦੇ ਬੋਲ ਬੋਲ ਰਾਮ ਰਾਮ ਬੋਲ 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 ਤੇ ਵਡਭਾਗੀ। ਇਹ ਪਹਿਲਾ ਰਸਨਾ ਨਾਲ ਬੋਲੋ। ਹਰ ਕਾ ਨਾਮ ਧਿਆਏ ਸੁਣ। ਹਰੀ ਦੇ ਨਾਮ ਨੂੰ ਪਹਿਲਾਂ ਰਸਨਾ ਨਾਲ ਧਿਆ ਕੇ ਫਿਰ ਕੰਨਾਂ ਦੁਆਰਾ ਸੁਣ। ਇਹ ਸਰੀਰ ਦਾ ਆਰਾਧਨ ਹੈ, ਫਿਰ ਮਨ ਦਾ ਆਰਾਧਨ ਹੈ। ਮਹਾਰਾਜ ਜੀ ਕਹਿੰਦੇ ਮਨ ਕਰਕੇ ਵੀ ਔਰ ਤਨ ਕਰਕੇ ਵੀ ਮੈਂ ਪ੍ਰਭੂ ਨੂੰ ਆਰਾਧਦਾ ਹਾਂ। ਮਿਲ ਸਾਧ ਸਮਾਗੈ। ਸਾਧ ਸੰਗਤ ਦੇ ਸਮਾਗਮ ਵਿੱਚ ਮਿਲ ਕੇ। ਸਮਾਗੈ ਸ਼ਬਦ ਦਾ ਮਤਲਬ ਸਮਾਗਮ, ਸਮ ਆਗਮ। ਜਦੋਂ ਏਦਾਂ ਅਰਥ ਕਰੀਏ ਨਾ, ਸਮਾਗੈ, ਸਮ ਆਗੈ ਜਾਂ ਸਮਾਗਮ। ਸਮਾਗਮ ਦਾ ਮਤਲਬ ਹੁੰਦਾ ਜਿੱਥੇ ਸਾਰਿਆਂ ਲਈ ਆਉਣਾ ਇੱਕ ਸਮਾਨ ਹੈ। ਇਹ ਨਹੀਂ ਕਿ ਇੱਕ ਆ ਰਿਹਾ ਉਹਦੇ ਗਲ 'ਚ ਹਾਰ ਪਾਏ ਜਾਣ, ਦੂਜਾ ਆ ਰਿਹਾ ਉਹਦੇ ਤੋਂ ਮੂੰਹ ਮੋੜਿਆ ਜਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਜਿਤਨੇ ਵੀ ਮਾਈ ਭਾਈ ਆਉਂਦੇ ਨੇ, ਸਭ ਇੱਕ ਸਮਾਨ। ਉਹਨਾਂ ਦਾ ਕੋਈ ਰੁਤਬਾ ਹੋਵੇ, ਉਹਨਾਂ ਦੀ ਕੋਈ ਜਾਤੀ ਹੋਵੇ, ਕੋਈ ਬਰਾਦਰੀ ਹੋਵੇ, ਜਿੱਥੇ ਸਾਰਿਆਂ ਦਾ ਇੱਕ ਜਗ੍ਹਾ ਤੇ ਮਿਲ ਕੇ ਸਮਾਨ ਰੂਪ ਦੇ ਵਿੱਚ ਸਭ ਨੂੰ ਸਮਾਨਿਆ ਜਾਣਿਆ ਜਾਏ, ਉਹਨੂੰ ਕਹਿੰਦੇ ਨੇ ਸਮਾਗੈ, ਸਮਾਗਮ, ਸਮਾਗਮ। ਜਿੱਥੇ ਕਿਸੇ ਨੂੰ ਵਿਸ਼ੇਸ਼ਤਾ ਦਿੱਤੀ ਜਾਂਦੀ ਹੈ, ਉਹ ਸਮਾਗਮ ਨਾ ਰਹਿ ਕੇ ਕੁਝ ਹੋਰ ਹੋ ਜਾਂਦਾ ਹੈ। ਉਹ ਰਾਜਨੀਤਿਕ ਮਜਲਿਸ ਹੋ ਜਾਂਦੀ ਹੈ, ਉਹ ਰਾਜਨੀਤਿਕ ਕਾਨਫਰੰਸ ਹੋ ਜਾਂਦੀ ਹੈ। ਉਹ ਸਮਾਗਮ ਨਹੀਂ ਹੋ ਸਕਦਾ। ਸਮਾਗਮ ਦਾ ਮਤਲਬ ਸਭ ਨੂੰ ਸਮਾਨ ਰੂਪ ਵਿੱਚ ਇੱਕੋ ਜਿਹਾ ਸਤਿਕਾਰ ਮਿਲਣਾ ਔਰ ਸਾਰਿਆਂ ਨੂੰ ਸੰਗਤ ਰੂਪ ਦੇ ਵਿੱਚ ਇੱਕੋ ਜਿਹੀ ਉਪਦੇਸ਼ ਹੋਣਾ। ਸਾਰੀ ਸੰਗਤ ਨੂੰ ਇੱਕੋ ਜਿਹਾ ਹੀ ਉਪਦੇਸ਼ ਪ੍ਰਾਪਤ ਹੋਣਾ, ਇੱਕ ਜੈਸਾ ਹੀ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵੀ ਸਾਰਿਆਂ ਨੂੰ ਇੱਕ ਸਮਾਨ। ਐਸਾ ਤਾਂ ਨਹੀਂ ਹੈ ਵੀ ਇੱਕ ਨੂੰ ਦੇਸੀ ਘਿਓ ਦੀ ਦੇ ਦਿਓ, ਜਿਹੜੇ ਦੂਜੇ ਨੂੰ ਉਹਨਾਂ ਨੂੰ ਡਾਲਡੇ ਦੀ ਬਣਾ ਕੇ ਦੇ ਦਿਓ, ਤੀਜਿਆਂ ਨੂੰ ਸਰੋਂ ਦੀ ਤੇਲ ਦੀ ਬਣਾ ਕੇ ਦੇ ਦਿਓ। ਇੱਕ ਰੂਪ ਹੀ ਹੈ ਨਾ। ਤੋ ਜਦੋਂ ਸੰਬੋਧਨ ਹੁੰਦਾ ਸਾਰੀ ਸੰਗਤ ਨੂੰ, ਉੱਥੇ ਭਾਵੇਂ ਕੋਈ ਵੱਡੇ ਤੋਂ ਵੱਡਾ ਮੰਤਰੀ ਸੰਤਰੀ ਬੈਠਾ ਹੋਵੇ, ਵੱਡੇ ਤੋਂ ਵੱਡੇ ਰੁਤਬੇ ਵਾਲਾ ਅਫਸਰ ਬੈਠਾ ਹੋਵੇ, ਤੋ ਜਦੋਂ ਸੰਬੋਧਨ ਹੁੰਦਾ ਕੀ ਹੁੰਦਾ? ਸਾਧ ਸੰਗਤ ਤੋਂ ਵਿੱਚ ਹੀ ਆ ਜਾਂਦਾ। ਤੋ ਸਾਧ ਸਮਾਗਮ ਵਿੱਚ ਇਕੱਤਰ ਹੋ ਕੇ, ਇਕੱਠੇ ਹੋ ਕੇ, ਮਨ ਕਰਕੇ
ਅਤੇ ਤਨ ਕਰਕੇ ਪਰਮੇਸ਼ਰ ਨੂੰ ਆਰਾਧੀਏ। ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੈ। ਜਦੋਂ ਵਾਹਿਗੁਰੂ ਪਰਮੇਸ਼ਰ ਦਾ ਗੋਪਾਲ ਦਾ ਜਸ ਕਰੀਏ, ਉਹਦੇ ਗੁਣ ਉਚਰੀਏ, ਤਾਂ ਜਿਹੜੇ ਜਮ ਨੇ ਦੂਰੋਂ ਭੱਜ ਜਾਂਦੇ ਆ, ਨੇੜੇ ਨਹੀਂ ਆਉਂਦੇ ਨਾਮ ਜਪਣ ਵਾਲਿਆਂ ਦੇ। ਜਮ ਦੂਰੋਂ ਹੀ ਨੱਠ ਜਾਂਦੇ ਆ। ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ ਕਿ ਜਦੋਂ ਨਿਰੰਕਾਰ ਦਾ ਜਸ ਉਚਰੀਏ, ਵਾਹਿਗੁਰੂ ਪਰਮੇਸ਼ਰ ਦੀ ਉਪਮਾ ਗਾਈਏ, ਗੁਣ ਗਾਈਏ, ਤੇ ਜਮ ਦੂਰੋਂ ਨੱਠ ਜਾਂਦੇ ਹਨ। ਰਾਮ ਨਾਮ ਜੋ ਜਨ ਜਪੈ ਅਨ ਦਿਨ ਸਦ ਜਾਗੈ। ਰਾਮ ਦੇ ਨਾਮ ਨੂੰ ਜਿਹੜੇ ਜਨ ਜਪਦੇ ਨੇ, ਉਹ ਰਾਤ ਦਿਨ ਜਾਗਦੇ ਨੇ। ਜਾਗਣ ਦਾ ਮਤਲਬ ਹੈ ਸੁਚੇਤ ਰਹਿੰਦੇ ਨੇ, ਸਾਵਧਾਨ। ਮਜਾਲ ਹੈ ਉਹਨਾਂ ਕੋਲੋਂ ਕਿਸੇ ਪ੍ਰਕਾਰ ਦਾ ਕੋਈ ਪਾਪ ਹੋ ਜਾਏ, ਕੋਈ ਭੁੱਲ ਹੋ ਜਾਏ, ਜਦੋਂ ਜਾਗ ਹੀ ਗਏ, ਸੁਚੇਤ ਹੀ ਹੋ ਗਏ, ਫਿਰ ਉਹ ਸੁਚੇਤ ਹੋ ਕੇ ਰਹਿੰਦੇ, ਆਪਣਾ ਹਰ ਇੱਕ ਕਦਮ ਫੂਕ ਫੂਕ ਕੇ ਧਰਦੇ ਨੇ। ਜਿਹੜੇ ਰਾਮ ਦੇ ਨਾਮ ਨੂੰ ਜਪਣ ਵਾਲੇ ਹਨ, ਤੰਤ ਮੰਤ ਨਹ ਜੋ ਹੋਏ ਤਿਤ ਚਾਖ ਨ ਲਾਗੈ। ਵਰਤਾਰਾ ਬੜਾ ਚੱਲਦਾ ਸੰਸਾਰ 'ਚ ਅੱਜ ਕੱਲ੍ਹ ਦੇ ਸਮੇਂ 'ਚ ਵੇਖਣ ਨੂੰ ਆਉਂਦਾ। ਫਲਾਣੇ ਤੇ ਤੰਤਰ ਚੱਲ ਗਿਆ, ਫਲਾਣੇ ਤੇ ਮੰਤਰ ਚੱਲ ਗਿਆ, ਫਲਾਣੇ ਤੇ ਕਲਾਮ ਚੱਲ ਗਈ, ਫਲਾਣੇ ਤੇ ਕੁਝ ਕੀਤਾ ਕਰਾਇਆ। ਆਹ ਪਖੰਡ ਜਿਹਾ ਅੱਜ ਕੱਲ੍ਹ ਬਹੁਤ ਜ਼ਿਆਦਾ ਚੱਲਦਾ। ਮੈਂ ਹੈਰਾਨ ਹੁੰਨਾ ਜਦੋਂ ਅੰਮ੍ਰਿਤਧਾਰੀ ਸਿੰਘਾਂ ਨੂੰ ਵੀ ਇਹਨਾਂ ਵਹਿਮਾਂ ਵਿੱਚ ਪਿਆ ਵੇਖਦਾ। ਆਹ ਕੋਈ ਅਨਮਤੀਆ ਇਹਨਾਂ ਵਹਿਮਾਂ ਵਿੱਚ ਪਵੇ ਤੇ ਗੱਲ ਸਮਝ ਵਿੱਚ ਪੈਂਦੀ ਆ। ਕੋਈ ਗੁਰਸਿੱਖ ਗੁਰਬਾਣੀ ਪੜ੍ਹਨ ਵਾਲਾ ਵੀ ਇਹਨਾਂ ਵਹਿਮਾਂ ਨੂੰ ਮੰਨੀ ਜਾਵੇ ਤਾਂ ਹੈਰਾਨੀ ਹੈ। ਹਾਂ, ਹੱਸਦਿਆਂ ਭਾਵੇਂ ਕੋਈ ਮਖੌਲ 'ਚ ਜੋ ਮਰਜ਼ੀ ਕਹਿ ਲਵੇ, ਹਾਸ ਰਸ ਵਿੱਚ, ਪਰ ਜਦੋਂ ਇਹਨਾਂ ਦੀ ਮਾਨਯਤਾ ਬਣ ਜਾਂਦੀ ਹੈ, ਧਾਰਨਾ ਬਣ ਜਾਂਦੀ ਹੈ, ਤਾਂ ਇਹ ਬੜੀ ਗਹਿਰੀ ਹੁੰਦੀ ਹੈ। ਕਿ ਇਹੋ ਜਿਹਾ ਸ਼ੋਸ਼ਣ ਹੁੰਦਾ ਇਹਦੇ ਨਾਲ ਮਨੁੱਖ ਦਾ ਕਿ ਕੋਈ ਵੀ ਰਾਹ ਤੁਰਿਆ ਜਾਂਦਾ ਪਖੰਡੀ ਜਿਹੜਾ, ਉਹ ਚੰਗੇ ਭਲੇ ਪੜ੍ਹੇ ਲਿਖੇ ਬੰਦੇ ਦਾ ਵੀ ਸ਼ੋਸ਼ਣ ਕਰ ਲੈਂਦਾ। ਜਿਹਦੇ ਦਿਮਾਗ ਵਿੱਚ ਇਹ ਵਹਿਮ ਪੈ ਜਾਏ ਕਿ ਮੈਨੂੰ ਕਿਸੇ ਨੇ ਕੁਝ ਕੀਤਾ, ਉਹਨਾਂ ਦਾ ਵੀ ਸ਼ੋਸ਼ਣ ਹੋਣ ਲੱਗ ਪੈਂਦਾ। ਉਹ ਸ਼ੋਸ਼ਣ ਇੰਨਾ ਜ਼ਿਆਦਾ ਗੁੰਮਰਾਹਕੁਨ ਹੁੰਦਾ ਹੈ ਵੀ ਹੋਵੇ ਗੁਰੂ ਘਰ ਦਾ ਸਿੱਖ ਤੇ ਉਹ ਬਹੁਤ ਸਾਰੀਆਂ ਕਬਰਾਂ ਮੜੀਆਂ ਤੇ ਤੁਹਾਨੂੰ ਧਾਗੇ ਤਵੀਤ ਕਰਦਾ, ਟੂਣੇ ਟਾਮਣ ਕਰਦਾ ਨਜ਼ਰ ਹੀ ਪਵੇਗਾ। ਇਹ ਯੋਗ ਨਹੀਂ। ਜਿਹੜਾ ਗੁਰੂ ਕਾ ਸਿੱਖ ਹੈ ਉਹ ਆਪਣੇ ਗੁਰੂ ਦਾ ਪੱਲਾ ਨਹੀਂ ਛੱਡਦਾ। ਤੇ ਪਾਤਸ਼ਾਹ ਕਹਿੰਦੇ ਜਿਹੜੇ ਨਾਮ ਜਪਣ ਵਾਲੇ ਨੇ ਨਾ, ਗੁਰੂ ਤੇ ਭਰੋਸਾ ਰੱਖਣ ਵਾਲੇ, ਉਹਨਾਂ ਤੇ ਦੁਨੀਆ ਦਾ ਕੋਈ ਤੰਤਰ ਮੰਤਰ ਨਹੀਂ ਚੱਲਦਾ। ਇੱਕ ਤਾਂ ਇਹ ਗੱਲ ਸਾਡੇ ਖਾਨੇ 'ਚ ਬਹਿ ਜਾਣੀ ਚਾਹੀਦੀ ਹੈ ਕਿ ਜਿਹੜਾ ਨਿਤਨੇਮੀ ਹੈ, ਜਿਸ ਘਰ ਵਿੱਚ ਬਾਣੀ ਪੜ੍ਹੀ ਜਾਂਦੀ ਹੈ, ਜਿਸ ਘਰ ਦੇ ਵਿੱਚ ਗੁਰਬਾਣੀ ਦਾ ਜਾਪ ਹੁੰਦਾ, ਜਿਸ ਘਰ ਵਿੱਚ ਗੁਰਸਿੱਖ ਵਸਦੇ ਨੇ ਅੰਮ੍ਰਿਤਧਾਰੀ, ਜਿਸ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਭਰੋਸਾ ਹੈ, ਉਸ ਘਰ ਵਿੱਚ ਕੋਈ ਤੰਤਰ ਮੰਤਰ, ਕੋਈ ਭੂਤ ਪ੍ਰੇਤ ਛਾਂ ਪਰਛਾਂ ਨਹੀਂ ਵਿਆਪਦੀ। ਤੇ ਜਿਸ ਘਰ 'ਚ ਬਾਣੀ ਨਹੀਂ, ਉਸ ਘਰ ਦੇ ਵਿੱਚ ਰਹਿਣ ਵਾਲੇ ਬੰਦੇ ਹੀ ਭੂਤ ਪ੍ਰੇਤ ਨੇ, ਹੋਰ ਵੱਖਰਿਆਂ ਦੀ ਤਾਂ ਲੋੜ ਹੀ ਕੋਈ ਨਹੀਂ ਉਹਨਾਂ ਨੂੰ। ਉਹ ਤਾਂ ਆਪ ਹੀ ਜੀਵਦੇ ਜਾਗਦੇ ਪ੍ਰੇਤ ਨੇ, ਜਿਨ੍ਹਾਂ ਦਾ ਸਵੇਰੇ ਉੱਠਣ ਤੋਂ ਪਹਿਲਾਂ ਅਲਾਰਮ ਵੀ ਗਾਣੇ ਵਾਲਾ ਬੋਲਦਾ ਹੈ। ਉਹੋ ਜਿਹੇ ਘਰਾਂ ਵਿੱਚ ਤਾਂ ਉਹ ਆਪ ਹੀ ਪ੍ਰੇਤ ਨੇ। ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ, ਉਹ ਤਾਂ ਆਪ ਹੀ ਸਾਰੇ ਭੂਤ ਪ੍ਰੇਤ ਹੀ ਵਸਦੇ, ਹੋਰ ਵੱਖਰੇ ਕਿਹੜੇ ਪ੍ਰੇਤ ਆਉਣੇ ਉਹਨਾਂ ਦੇ ਕੋਲੇ। ਗੁਰਬਾਣੀ ਦਾ ਜਾਪ ਜਪਣ ਵਾਲੇ, ਨਾਮ ਜਪਣ ਵਾਲਿਆਂ ਦੇ ਉੱਤੇ ਤੰਤਰ ਮੰਤਰ ਨਹੀਂ ਚੱਲਦੇ। ਉਹਨਾਂ ਤੇ ਕੋਈ ਕਲਾਮ ਨਹੀਂ ਚੱਲਦੀ ਕਿਸੇ ਮੁਸਲਮਾਨ ਦੀ। ਸਾਨੂੰ ਐਡੀ ਵੱਡੀ ਕਲਾਮ ਦਿੱਤੀ ਮੇਰੇ ਸਤਿਗੁਰਾਂ ਨੇ, ਐਡਾ ਵੱਡਾ ਮਹਾ ਮੰਤਰ ਦਿੱਤਾ, ਮੂਲ ਮੰਤਰ। ਮਜਾਲ ਹੈ ਦੁਨੀਆ ਦਾ ਕੋਈ ਮੰਤਰ ਇਸ ਮੰਤਰ ਦੇ ਉੱਤੋਂ ਦੀ ਲੰਘ ਕੇ ਜਾ ਸਕੇ। ਐਡਾ ਵੱਡਾ ਮੰਤਰ ਸਤਿਗੁਰਾਂ ਸਾਨੂੰ ਪ੍ਰਦਾਨ ਕੀਤਾ।
ਸੁਚੇਤ ਹੋਣਾ ਚਾਹੀਦਾ ਉਹਨਾਂ ਲੋਕਾਂ ਨੂੰ, ਸਾਵਧਾਨ ਹੋਣਾ ਚਾਹੀਦਾ ਉਹਨਾਂ ਲੋਕਾਂ ਨੂੰ ਜਿਹੜੇ ਇਹੋ ਜਿਹੇ ਪਖੰਡੀਆਂ ਦੇ ਪਿੱਛੇ ਟੁਰ ਪੈਂਦੇ ਆ, ਜਿਹੜੇ ਗੁੰਮਰਾਹ ਕਰਦੇ ਨੇ ਕਿ ਤੁਹਾਡੇ ਤੇ ਕਿਸੇ ਨੇ ਕੁਝ ਕੀਤਾ ਹੈ। ਆ ਬੜੇ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਤੇ ਐਡਾਂ ਦਿੰਦੇ ਆ, ਬਕਾਇਦਾ ਆ ਕਥਾ ਲਾਈਵ ਕਰਦੇ ਨੇ ਸਿੰਘ, ਉਹਦੇ ਥੱਲੇ ਇੱਕ ਐਡ ਦੇਈ ਜਾਂਦਾ ਸੀ, ਕੀਤਾ ਕਰਾਇਆ ਫਲਾਣਾ ਜੀ 24 ਘੰਟਿਆਂ ਦੇ ਵਿੱਚ ਆਹ ਸਮਾਧਾਨ। ਪਤਾ ਨਹੀਂ ਕਿੱਦਾਂ ਕਿੱਦਾਂ ਦੇ ਦਾਅਵੇ ਕਰਦੇ ਆ। ਕਰੋਨਾ ਵੇਰੀ ਪਤਾ ਨਹੀਂ ਇਹਨਾਂ ਨੂੰ ਕੀ ਹੋ ਗਿਆ ਵੀ ਇੱਕ ਨਿਗਾਹ ਜਿਹਾ ਨਹੀਂ ਜਰਾਸੀਨ ਕਾਬੂ ਆਉਂਦਾ ਇਹਨਾਂ ਦੇ, ਹੋਰ ਇਹਨਾਂ ਭੂਤ ਪ੍ਰੇਤ ਪਤਾ ਨਹੀਂ ਕਿਹੜੇ ਕਾਬੂ ਕਰਨੇ। ਇਹ ਸਭ ਦੰਭੀ ਹਨ, ਪਖੰਡੀ ਹਨ। ਗੁਰੂ ਕੇ ਸਿੱਖ ਦੇ ਉੱਤੇ ਤੰਤਰ ਮੰਤਰ ਨਹੀਂ ਚੱਲਦੇ, ਨਾ ਗੁਰੂ ਕਾ ਸਿੱਖ ਤੰਤਰ ਮੰਤਰ ਤੇ ਯਕੀਨ ਕਰਦਾ। ਜਦੋਂ ਖੰਡੇ ਦੀ ਪਹੁਲ ਹੁੰਦੀ ਹੈ ਨਾ, ਤੇ ਭਾਈ ਸਾਹਿਬ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਜਿਹੜਾ ਖੰਡਾ ਫਿਰਦਾ ਨਾ ਵਿੱਚ, ਇਹ ਤੰਤਰ ਹੈ, ਤੇ ਜਿਹੜੀ ਬਾਣੀ ਪੜ੍ਹੀ ਜਾਂਦੀ ਆ ਉਹਦੇ ਤੇ 5 ਬਾਣੀਆਂ ਪੱਟੋ ਮੰਤਰ ਹੈ, ਤੇ ਜਿਹੜਾ ਉਹ ਜਲ ਹੈ ਉਹ ਜੰਤਰ ਹੈ। ਤਿੰਨੇ ਹੀ ਇਹਦੇ ਵਿੱਚ ਨੇ। ਜਿਹਦੇ ਕੋਲੇ ਤਿੰਨੇ ਆ ਗਏ ਉਹਨਾਂ ਨੂੰ ਦੁਨੀਆ ਦੇ ਕਿਸੇ ਮੰਤਰ ਤੰਤਰ ਜੰਤਰ ਦੀ ਲੋੜ ਹੀ ਕੋਈ ਨਹੀਂ। ਜੰਤਰ ਹੁੰਦੇ ਆ ਉਹ ਬਣਾ ਕੇ ਨਾ ਚੀਜ਼ ਜੋ ਕੋਈ ਦਰਵਾਜ਼ੇ ਤੇ ਟੰਗ ਛੱਡਦਾ, ਮੰਤਰ ਜਿਹੜਾ ਮੂੰਹੋਂ ਜਪਿਆ ਜਾਂਦਾ, ਤੰਤਰ ਜਿਹਨੂੰ ਬਣਾ ਕੇ ਉਹ ਮੋਢੇ ਮਾਢੇ ਨਾਲ ਕੋਈ ਗਲ 'ਚ ਰੱਖ ਬਣਾ ਕੇ ਪਾ ਛੱਡਦਾ। ਤੂੰ ਖੰਡੇ ਦੀ ਪੋਲ ਜਿਹੜੀ ਹੈ, ਹੁਣ ਇਹਦੇ ਤੋਂ ਵੱਡਾ ਨਾ ਕੋਈ ਤੰਤਰ, ਨਾ ਮੰਤਰ, ਨਾ ਜੰਤਰ। ਤੋ ਤੰਤ ਮੰਤ ਨਾ ਜੋ ਹੋਈ ਤੇ ਚਾਖ ਨਾ ਲੱਗੈ, ਨਾ ਉਹਨਾਂ ਨੂੰ ਕਿਸੇ ਦੀ ਨਜ਼ਰ ਲੱਗਦੀ। ਉਦਾਂ ਭਾਵੇਂ ਆਪਾਂ ਹੱਸਦਿਆਂ ਕਹਿ ਦਿੰਦੇ ਆ। ਮੈਂ ਇੱਕ ਦਿਨ ਇੱਕ ਸਿੰਘ ਨੂੰ ਕਹਿਣ ਲੱਗਾ ਹੱਸਦਿਆਂ, ਲੱਗਦਾ ਨਜ਼ਰ ਲੱਗ ਗਈ ਹੈ। ਕਹਿੰਦਾ ਬਾਬਾ ਜੀ ਤੁਸੀਂ ਵੀ ਇਹ ਗੱਲ ਮੰਨਦੇ ਹੋ? ਉਹ ਹਾਸ ਰਸ ਦੇ ਵਿੱਚ, ਭਾਵੇਂ ਸੁਭਾਵਕ ਕੇ ਮੁੱਖੋਂ ਸਾਡੇ ਬੋਲ ਉਦਾਂ ਹੀ ਬਣਿਆ ਹੋਇਆ ਵੀ ਸਾਨੂੰ ਤਾਂ ਨਜ਼ਰ ਲੱਗ ਗਈ ਹੈ ਜੀ ਕਿਸੇ ਦੀ, ਪਰ ਪਾਤਸ਼ਾਹ ਕਹਿੰਦੇ ਆ ਵੀ ਜਿਹੜੇ ਗੁਰਬਾਣੀ ਨਾਲ ਜੁੜੇ ਹੋਏ ਨੇ ਨਾ, ਉਹਨਾਂ ਨੂੰ ਕਿਸੇ ਦੀ ਕੋਈ ਬੁਰੀ ਨਜ਼ਰ ਨਹੀਂ ਵਿਆਪਦੀ। ਚਾਖ, ਚਾਖ ਨਾਮ ਹੁੰਦਾ ਨਜ਼ਰ ਲੱਗਣ ਦਾ, ਉਹਨਾਂ ਨੂੰ ਬੁਰੀ ਨਜ਼ਰ ਨਹੀਂ ਲੱਗਦੀ। ਉਹਨਾਂ ਦੇ ਰਖਵਾਲੇ ਸਤਿਗੁਰੂ ਬੈਠੇ ਆ ਉਹਨਾਂ ਦੇ ਸਿਰ ਤੇ। ਰਾਖਾ ਏਕ ਹਮਾਰਾ ਸੁਆਮੀ, 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 ਰਾਖਾ ਏਕ ਹਮਾਰਾ ਸੁਆਮੀ। ਸਗਲ ਘਟਾ ਕਾ ਅੰਤਰ ਜਾਮੇ, ਸਗਲ ਘਟਾ ਕਾ ਅੰਤਰ ਜਾਮੇ, ਸਗਲ ਘਟਾਂ ਕਾ ਅੰਤਰ ਜਾਮੇ, ਸਗਲ ਘਟਾਂ ਕਾ ਅੰਤਰ ਜਾਮੇ, ਸਗਲ ਘਟਾ ਕਾ ਅੰਤਰ ਜਾਮੇ, ਸਗਲ ਘਟਾ ਕਾ ਅੰਤਰ ਜਾਮੇ, ਸਗਲ ਘਟਾਂ ਕਾ ਅੰਤਰ ਜਾਮੇ, ਸਗਲ ਘਟਾਂ ਕਾ ਅੰਤਰ ਜਾਮੇ। ਘਰ ਸੁਖ ਵਸਿਆ ਬਾਹਰ ਸੁਖ ਪਾਇਆ,
ਸਤਿਗੁਰੂ ਰਾਖੇ ਹਨ। ਫਿਰ ਕਿਵੇਂ ਕੋਈ ਤੰਤ ਮੰਤ ਜੋ ਜਾਏ, ਫਿਰ ਕਿਵੇਂ ਕਿਸੇ ਪ੍ਰਕਾਰ ਦੀ ਕੋਈ ਬੁਰੀ ਨਜ਼ਰ ਲੱਗ ਜਾਏ। ਅਚਲ ਬਟਾਲੇ ਦੀ ਧਰਤੀ ਤੇ ਸਿੱਧ ਬੜੇ ਮੰਤਰ ਜੰਤਰ ਵਿਖਾਉਣ ਲੱਗੇ, ਕੋਈ ਫੂੰਕਾਂ ਮਾਰੇ, ਕੋਈ ਅੱਗ ਕੱਢੇ, ਕੋਈ ਕੁਝ ਕਰੇ। ਸਤਿਗੁਰਾਂ ਦੇ ਲਾਗੇ ਮਹਾਰਾਜ ਜੀ ਦੇ ਸੇਵਕ ਸਿੱਖ ਬੈਠੇ। ਪਾਤਸ਼ਾਹ ਆਖਿਆ ਭਾਈ ਬਾਲਾ ਜੀ ਨੂੰ ਵੀ ਲਕੀਰ ਖਿੱਚ ਦਿਓ ਚਾਰੇ ਪਾਸੇ। ਸਾਹਿਬ ਦੇ ਕੋਲ ਜਿੰਨੇ ਬੈਠੇ ਉੱਥੇ ਤੱਕ ਨਹੀਂ ਕੋਈ ਉਹਨਾਂ ਦੇ ਨਾ ਕੰਕਰ ਆਉਣ ਨਾ ਪੱਥਰ ਹੋਣ। ਇਹ ਵਿਖਾਣਾ ਸੀ। ਜਨਮ ਸਾਖੀ ਦੱਸਦੀ ਹੈ ਕਿ ਜਿਹੜੇ ਗੁਰੂ ਦੀ ਪਨਾਹ ਵਿੱਚ ਨੇ, ਗੁਰੂ ਦੀ ਸ਼ਰਨ 'ਚ ਨੇ, ਉਹਨਾਂ ਨੂੰ ਨਾ ਕੋਈ ਤੰਤਰ ਮੰਤਰ, ਨਾ ਕਿਸੇ ਦੀ ਬੁਰੀ ਨਜ਼ਰ ਨਹੀਂ ਵਿਆਪਦੀ, ਨਹੀਂ ਲੱਗਦੀ। ਰਹਾਉ ਕਾਮ ਕ੍ਰੋਧ ਮਦ ਮਾਨ ਮੋਹ ਬਿਨ ਸੇ ਅਨਰਾਗ। ਪਰਮੇਸ਼ਰ ਨਾਲ ਅਨੁਰਾਗ ਕਰੀਏ ਨਾ, ਵਾਹਿਗੁਰੂ ਨਾਲ, ਤਾਂ ਫਿਰ ਕਾਮ, ਕ੍ਰੋਧ, ਹੰਕਾਰ, ਮਾਣ, ਮੋਹ ਇਹ ਸਭ ਕੁਝ ਬਿਨਸ ਜਾਂਦਾ ਹੈ। ਜਦੋਂ ਵਾਹਿਗੁਰੂ ਨਾਲ ਅਨੁਰਾਗ ਹੋਵੇ ਨਾ, ਪਰਮੇਸ਼ਰ ਨਾਲ ਪ੍ਰੇਮ ਹੋਵੇ, ਤੇ ਵਾਹਿਗੁਰੂ ਦੇ ਪ੍ਰੇਮ ਵਿੱਚ ਇਹ ਕਾਮ ਕ੍ਰੋਧ ਆਦਿਕ ਜਿਤਨੇ ਵਿਕਾਰ ਨੇ ਬਿਨਸ ਜਾਂਦੇ ਹਨ। ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗਾ। ਆਨੰਦ 'ਚ ਮਗਨ ਹੋ ਗਏ ਹਾਂ, ਮਗਨ। ਰਸ ਰਾਮ ਰੰਗ, ਰਾਮ ਦੇ ਨਾਮ ਰਸ ਦੇ ਰੰਗ ਵਿੱਚ ਮਗਨ ਹੋ ਗਏ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ ਕਿ ਮੈਂ ਆਪਣੇ ਸਾਹਿਬ ਦੀ, ਆਪਣੇ ਗੁਰੂ ਦੀ ਸ਼ਰਨਾਗੈ ਸ਼ਰਨ ਵਿੱਚ ਹਾਂ।